नमस्कार साथियों। रीड ते लेवल 1 ਅਤੇ लेवल 2 ਦੇ ਅੰਦਰ ਆਪਾਂ ਪੰਜਾਬੀ ਲੈਂਗੁਏਜ ਦੇ ਅੰਦਰ ਪੰਜਾਬੀ ਦਾ ਸਿੱਖਿਆ ਸ਼ਾਸਤਰ ਅਤੇ ਵਿਕਾਸ ਦੇ ਨਾਮਕ ਟੌਪਿਕਾਂ ਦੇ ਅੰਦਰ ਆਪਾਂ ਕੌਸ਼ਲਾਂ ਦੇ ਬਾਰੇ ਪਿਛਲੀਆਂ ਕਲਾਸਾਂ ਦੇ ਅੰਦਰ ਦੇਖ ਕੇ ਆਏ ਹਾਂ ਤੇ ਅੱਜ ਰੀਡ ਤੇ ਲੈਂਗੁਏਜ ਪੰਜਾਬੀ ਦੇ ਸਿਲੇਬਸ ਦੇ ਅਕੋਰਡਿੰਗ ਆਪਾਂ ਸਿੱਖਣ ਅਧਿਆਪਨ ਸਮੱਗਰੀ ਦੇ ਬਾਰੇ ਗੱਲਬਾਤ ਕਰਨੀ ਹੈ। ਆਪਾਂ ਦੇਖਾਂਗੇ ਕਿ ਇੱਕ ਬੱਚੇ ਨੂੰ ਪੜ੍ਹਾਉਣ ਦੇ ਲਈ ਉਹ ਕਿਹੜੇ ਸਮੱਗਰੀ ਹੈ ਜਿਹੜੀ ਅਧਿਆਪਨ ਦੇ ਲਈ ਆਪਾਂ ਨੂੰ ਜ਼ਰੂਰੀ ਹੋ ਜਾਂਦੀ ਹੈ, ਜਿਸ ਨੂੰ ਸਹਾਇਕ ਸਮੱਗਰੀ ਦੇ ਤੌਰ 'ਤੇ ਵੀ ਆਪਾਂ ਜਾਣਦੇ ਹਾਂ। ਇਹਨਾਂ ਪੁਆਇੰਟਾਂ ਦੇ ਅੰਦਰੋਂ ਹਰ ਵਾਰ ਇੱਕ ਪ੍ਰਸ਼ਨ ਜ਼ਰੂਰ ਪੁੱਛਿਆ ਜਾਂਦਾ ਹੈ, ਇਸ ਲਈ ਇਹ ਟੌਪਿਕ ਹੈ ਜਿਹੜਾ ਆਪਣਾ ਇੱਕ ਇੰਪੋਰਟੈਂਟ ਟੌਪਿਕ ਹੋ ਜਾਂਦਾ ਹੈ। ਤਾਂ ਉਹ ਸਾਥੀਓ ਗੱਲ ਕਰਦੇ ਹਾਂ ਆਪਾਂ ਸਿੱਖਣ ਅਧਿਆਪਕ ਸਮੱਗਰੀ ਦੇ ਬਾਰੇ ਕਿ ਉਹ ਕਿਹੜੀ ਸਮੱਗਰੀ ਹੈ ਜਿਹੜੀ ਸਿੱਖਣ ਅਧਿਆਪਨ ਦੇ ਲਈ ਆਪਾਂ ਨੂੰ ਲਾਜ਼ਮੀ ਹੋ ਜਾਂਦੀ ਹੈ। ਤਾਂ ਉਹ ਸਾਥੀਓ ਗੱਲ ਕਰਦੇ ਹਾਂ। ਪਹਿਲਾਂ ਤਾਂ ਦੇਖਦੇ ਹਾਂ ਕਿ ਸਿੱਖਣ ਅਧਿਆਪਨ ਸਮੱਗਰੀ ਹੈ ਕੀ। ਸਹਾਇਕ ਸਮੱਗਰੀ ਸਿੱਖਿਆ ਦੇਣ ਲਈ ਉਹ ਸਾਧਨ ਹਨ ਜਿਨ੍ਹਾਂ ਦੀ ਮਦਦ ਨਾਲ ਸਿੱਖਿਆ ਹੋਰ ਵਧੇਰੇ ਸੌਖੇ ਢੰਗ ਨਾਲ ਗ੍ਰਹਿਣ ਕੀਤੀ ਜਾ ਸਕਦੀ ਹੈ। ਯਾਨੀ ਜਿਹੜੀ ਆਪਣੀ ਸਹਾਇਕ ਸਮੱਗਰੀ ਆ ਜਾਂਦੀ ਹੈ, ਜਿਸ ਨੂੰ ਤੁਸੀਂ ਹਿੰਦੀ ਵਾਲੀ ਲੈਂਗੁਏਜ ਦੇ ਅਕੋਰਡਿੰਗ ਸਹਾਇਕ ਸਮੱਗਰੀ ਕਹਿ ਦਿੰਦੇ ਹੋ, ਤਾਂ ਉਹ ਆਪਾਂ ਨੂੰ ਸਿੱਖਿਆ ਦੇਣ ਦੇ ਲਈ ਇੱਕ ਮਦਦਗਾਰ ਸਿੱਧ ਹੁੰਦੀ ਹੈ। ਸੌਖੇ ਤਰੀਕੇ ਨਾਲ ਬੱਚੇ ਨੂੰ ਆਪਾਂ ਉਸ ਦੀ ਮਦਦ ਦੇ ਨਾਲ ਪੜ੍ਹਾ ਸਕਦੇ ਹਾਂ, ਕੋਈ ਵੀ ਗਿਆਨ ਦੇ ਸਕਦੇ ਹਾਂ, ਸਿਖਾ ਸਕਦੇ ਹਾਂ। ਯਾਨੀ ਬੱਚਾ ਹੈ ਜਿਹੜਾ ਅਧਿਆਪਨ ਹੈ ਜਿਹੜਾ ਕਰਵਾਉਣ ਵਾਲਾ ਟੀਚਰ ਹੈ ਜੋ ਉਹ ਬੱਚੇ ਨੂੰ ਸਿੱਖਿਆ ਇਹਨਾਂ ਸਮੱਗਰੀ ਦੀ ਮਦਦ ਨਾਲ ਸੌਖੇ ਤਰੀਕੇ ਨਾਲ ਸਿਖਾ ਸਕਦਾ ਹੈ। ਇਸ ਲਈ ਇਸ ਦੀ ਮਦਦ ਨਾਲ ਬੱਚੇ ਦੇ ਕੰਨ ਅਤੇ ਅੱਖਾਂ ਵਧੇਰੇ ਕਿਰਿਆਸ਼ੀਲ ਹੁੰਦੀਆਂ ਨੇ। ਕਾਰਨ ਇਹ ਹੁੰਦਾ ਹੈ ਕਿ ਕੋਈ ਸਹਾਇਕ ਸਮੱਗਰੀ ਜਦੋਂ ਵਰਤੀ ਜਾਏਗੀ ਤਾਂ ਉਸ ਵੇਲੇ ਬੱਚੇ ਦੇ ਅੱਖ ਅਤੇ ਕੰਨ ਹੁੰਦੇ ਨੇ ਜਿਹੜੇ ਉਹ ਵਧੇਰੇ ਐਕਟਿਵ ਹੋ ਜਾਣਗੇ, ਜ਼ਿਆਦਾ ਕਿਰਿਆਸ਼ੀਲ ਹੋ ਜਾਣਗੇ। ਤਾਂ ਉਹਦਾ ਧਿਆਨ ਉਸ ਸਹਾਇਕ ਸਮੱਗਰੀ ਦੇ ਉੱਪਰ ਇੱਕ ਪ੍ਰਭਾਵਸ਼ਾਲੀ ਉਸ ਦਾ ਧਿਆਨ ਜਾਏਗਾ, ਜਿਸ ਦੇ ਕਾਰਨ ਉਹਨੂੰ ਵਧੇਰੇ ਸੌਖੇ ਤੇ ਇੱਕ ਤਰੀਕੇ ਦੇ ਨਾਲ ਗੱਲ ਹੈ ਜਿਹੜੀ ਉਹ ਸਮਝ ਦੇ ਅੰਦਰ ਆ ਜਾਏਗੀ। ਇਸ ਪ੍ਰਕਾਰ ਦੀ ਸਮੱਗਰੀ ਵਿੱਚ ਚਾਰਟ, ਚਿੱਤਰ, ਮਾਡਲ, ਕੰਪਿਊਟਰ, ਟੀਵੀ ਆਦਿ ਆ ਜਾਂਦੇ ਨੇ। ਤਾਂ ਇਸ ਤਰੀਕੇ ਦੀ ਜਿਹੜੀ ਸਮੱਗਰੀ ਹੁੰਦੀ ਹੈ ਉਸ ਦੇ ਅੰਦਰ ਚਾਰਟ, ਚਿੱਤਰ, ਮਾਡਲ, ਕੰਪਿਊਟਰ, ਟੀਵੀ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਤੇ ਇਹਨਾਂ ਤੋਂ ਸੰਬੰਧਿਤ ਹੀ ਆਪ ਨੂੰ ਪ੍ਰਸ਼ਨ ਪੁੱਛੇ ਜਾਣ ਵਾਲੇ ਨੇ। ਆਪ ਨੂੰ ਇਸ ਪ੍ਰਕਾਰ ਦੇ ਪ੍ਰਸ਼ਨ ਪੁੱਛੇ ਜਾਣਗੇ ਕਿ ਹੇਠ ਲਿਖੇ ਵਿੱਚ ਸਹਾਇਕ ਸਮੱਗਰੀ ਹੈ, ਹੇਠ ਲਿਖੇ ਵਿੱਚ ਸਹਾਇਕ ਸਮੱਗਰੀ ਨਹੀਂ ਹੈ, ਜਾਂ ਫਿਰ ਇਹ ਪੁੱਛਿਆ ਜਾਏਗਾ, ਜ਼ਿਆਦਾਤਰ ਇੱਦਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਕਿ ਹੇਠ ਲਿਖਿਆ ਵਿੱਚੋਂ ਦੇਖਣ ਸੁਣਨ ਸਾਧਨ ਹੈ ਸਹਾਇਕ ਸਮੱਗਰੀ ਦਾ ਸਾਧਨ ਹੈ, ਜਾਂ ਫਿਰ ਇਕੱਲਾ ਦੇਖਣ ਸਹਾਇਕ ਸਮੱਗਰੀ ਦਾ ਸਾਧਨ ਹੈ, ਜਾਂ ਇਕੱਲਾ ਸੁਣਨ ਸਰਵਣ ਜਿਸ ਨੂੰ ਤੁਸੀਂ ਕਹਿ ਦਿੰਦੇ ਹੋ ਸਹਾਇਕ ਸਮੱਗਰੀ ਦਾ ਸਾਧਨ ਹੈ। ਤਾਂ ਇਸ ਪ੍ਰਕਾਰ ਦੇ ਪ੍ਰਸ਼ਨ ਇਸ ਪੁਆਇੰਟ ਦੇ ਅੰਦਰੋਂ ਅਕਸਰ ਪੁੱਛੇ ਜਾਂਦੇ ਨੇ। ਪਿਛਲੇ ਵਰ੍ਹਿਆਂ ਦੇ ਬਹੁਤ ਸਾਰੇ ਪੇਪਰਾਂ ਦੇ ਅੰਦਰ ਪੁੱਛੇ ਵੀ ਗਏ ਨੇ ਤੇ ਇਸ ਵਾਰ ਵੀ ਪੂਰੀ ਸੰਭਾਵਨਾ ਹੈ ਕਿ ਪ੍ਰਸ਼ਨ ਆਉਣਾ ਲਾਜ਼ਮੀ ਹੈ ਇਸ ਪੁਆਇੰਟ ਦੇ ਅੰਦਰੋਂ। ਹੁਣ ਆਪਾਂ ਦੇਖਦੇ ਹਾਂ ਪਾਠ ਪੁਸਤਕਾਂ ਦੇ ਬਾਰੇ ਕਿ ਅਸਲ ਦੇ ਅੰਦਰ ਇਹ ਪਾਠ ਪੁਸਤਕਾਂ ਹੈ ਕੀ। ਜਦੋਂ ਆਪਾਂ ਪਾਠ ਪੁਸਤਕਾਂ ਦੀ ਗੱਲ ਕਰਦੇ ਹਾਂ ਤਾਂ ਸਿੱਖਿਆ ਪ੍ਰਣਾਲੀ ਵਿੱਚ ਪਾਠ ਪੁਸਤਕਾਂ ਬਹੁਤ ਮਹੱਤਵ ਹੈ। ਯਾਨੀ ਜਦੋਂ ਆਪਣੀ ਪੜ੍ਹਾਈ ਦੀ ਗੱਲ ਆ ਜਾਂਦੀ ਹੈ ਤਾਂ ਪਾਠ ਪੁਸਤਕਾਂ ਦਾ ਰੋਲ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਹੋ ਜਾਂਦਾ ਹੈ, ਕਿਉਂਕਿ ਪਾਠ ਪੁਸਤਕ ਤੋਂ ਬਿਨਾਂ ਤਾਂ ਆਪਾਂ ਅੱਗੇ ਵਧ ਹੀ ਨਹੀਂ ਸਕਦੇ। ਤਾਂ ਸਭ ਤੋਂ ਜ਼ਿਆਦਾ ਮਹੱਤਵ ਜੇਕਰ ਮੰਨਿਆ ਜਾਂਦਾ ਹੈ ਤਾਂ ਸਿੱਖਿਆ ਦੇ ਅੰਦਰ ਪਾਠ ਪੁਸਤਕਾਂ ਦਾ ਹੀ ਮੰਨਿਆ ਜਾਂਦਾ ਹੈ। ਸਿੱਖਿਆ ਦੇਣ ਲਈ ਪਾਠ ਪੁਸਤਕਾਂ ਐਸਾ ਸਾਧਨ ਹਨ ਜਿਨ੍ਹਾਂ ਤੋਂ ਕੋਈ ਵੀ ਵਿਸ਼ਾ ਅਛੂਤਾ ਨਹੀਂ ਹੋ ਸਕਦਾ। ਯਾਨੀ ਇਹ ਕਹੀਏ ਆਪਾਂ ਕਿ ਪੜ੍ਹਾਈ ਦੇ ਲਈ ਜਿਹੜੀਆਂ ਪਾਠ ਪੁਸਤਕਾਂ ਹੁੰਦੀਆਂ ਨੇ ਉਹ ਐਸਾ ਸਾਧਨ ਨੇ ਜਿਨ੍ਹਾਂ ਤੋਂ ਆਪਾਂ ਕੋਈ ਵੀ ਜਿਹੜਾ ਵਿਸ਼ਾ ਹੈ ਜਿਹੜਾ ਉਹ ਵਾਂਝਾ ਨਹੀਂ ਕਹਿ ਸਕਦੇ, ਅਧੂਰਾ ਨਹੀਂ ਕਹਿ ਸਕਦੇ। ਯਾਨੀ ਕੋਈ ਵੀ ਵਿਸ਼ਾ ਹੈ ਜਿਹੜਾ ਉਹ ਪਾਠ ਪੁਸਤਕਾਂ ਦੇ ਅਧੀਨ ਜ਼ਰੂਰ ਹੁੰਦਾ ਹੈ। ਯਾਨੀ ਇਹ ਕਹੀਏ ਕਿ ਪਾਠ ਪੁਸਤਕ ਇੱਕ ਜ਼ਰੂਰੀ ਸਾਧਨ ਹੈ, ਅਸੀਂ ਇਹ ਕਹਿ ਸਕਦੇ ਹਾਂ। ਪੰਜਾਬੀ ਭਾਸ਼ਾ ਦੀ ਸਿੱਖਿਆ ਪ੍ਰਣਾਲੀ ਮੁੱਖ ਰੂਪ ਨਾਲ ਪਾਠ ਪੁਸਤਕਾਂ ਉੱਪਰ ਹੀ ਆਧਾਰਿਤ ਹੈ। ਤੇ ਜੇਕਰ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਸਾਥੀਓ ਪੰਜਾਬੀ ਭਾਸ਼ਾ ਦੀ ਜਿਹੜੀ ਸਿੱਖਿਆ ਪ੍ਰਣਾਲੀ ਹੈ ਯਾਨੀ ਜੋ ਸਾਡਾ ਬੱਚੇ ਨੂੰ ਸਿਖਾਉਣ ਦੇ ਤਰੀਕੇ ਨੇ, ਢੰਗ ਨੇ, ਉਹਨਾਂ ਦੇ ਅੰਦਰ ਸਭ ਤੋਂ ਜ਼ਿਆਦਾ ਅਗਰ ਨਿਰਭਰ ਹੈ
ਤਾਂ ਉਹ ਪਾਠ ਪੁਸਤਕਾਂ ਦੇ ਉੱਪਰ ਹੈ। ਯਾਨੀ ਇਹ ਕਹੀਏ ਕਿ ਪਾਠ ਪੁਸਤਕਾਂ ਬਿਨੋਂ ਤਾਂ ਇਹ ਗੱਲ ਸੰਭਵ ਹੀ ਨਹੀਂ ਕਿ ਬੱਚੇ ਨੂੰ ਆਪਾਂ ਸਿਖਾ ਸਕਦੇ ਹਾਂ। ਇੱਕ ਟੀਚਰ ਪਾਠ ਪੁਸਤਕ ਨੂੰ ਆਧਾਰ ਬਣਾ ਕੇ ਹੀ ਬੱਚਿਆਂ ਨੂੰ ਸਿਖਾਉਂਦਾ ਹੈ। ਆਪਾਂ ਜਦੋਂ ਪੰਜਾਬੀ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਅਜੇ ਤੱਕ ਪੰਜਾਬੀ ਵਿਸ਼ੇ ਦੀ ਜੋ ਅਧਿਆਪਨ ਦੀ ਵਿਧੀ ਆਪਣੇ ਕੋਲ ਚੱਲੀ ਆ ਰਹੀ ਹੈ, ਇੱਕ ਰਵਾਇਤ ਚੱਲੀ ਆ ਰਹੀ ਹੈ, ਉਸ ਦੇ ਅਕੋਰਡਿੰਗ ਬੱਚੇ ਨੂੰ ਜ਼ਿਆਦਾਤਰ ਪੁਸਤਕਾਂ ਉੱਪਰ ਆਧਾਰਿਤ ਹੀ ਗਿਆਨ ਦਿੱਤਾ ਜਾਂਦਾ ਹੈ। ਤਾਂ ਇਸ ਲਈ ਪਾਠ ਪੁਸਤਕਾਂ ਹੁੰਦੀਆਂ ਨੇ ਜਿਹੜੀਆਂ ਉਹ ਲਾਜ਼ਮੀ ਹੋ ਜਾਂਦੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ ਪਾਠ ਪੁਸਤਕਾਂ ਦੇ ਮਹੱਤਵ ਦੀ। ਜਦੋਂ ਇੰਨੀਆਂ ਜ਼ਰੂਰੀ ਨੇ ਤਾਂ ਮਹੱਤਵ ਤਾਂ ਹੋਏਗਾ ਹੀ ਹੋਏਗਾ। ਤਾਂ ਮਹੱਤਵ ਹੋਏਗਾ ਤਾਂ ਆਪਾਂ ਉਹਨਾਂ ਮਹੱਤਵ ਦੀ ਗੱਲ ਕਰ ਲੈਂਦੇ ਹਾਂ ਕਿ ਪਾਠ ਪੁਸਤਕਾਂ ਦੇ ਕਿਹੜੇ ਮਹੱਤਵ ਨੇ। ਸਭ ਤੋਂ ਪਹਿਲੇ ਆ ਜਾਂਦਾ ਹੈ ਪਾਠ ਪੁਸਤਕਾਂ ਭਾਸ਼ਾਈ ਕੌਸ਼ਲਾਂ ਦੀ ਜਾਣਕਾਰੀ ਦੇਣ ਵਿੱਚ ਸਹਾਈ ਹਨ। ਭਾਸ਼ਾ ਦੇ ਕੌਸ਼ਲ ਆਪਾਂ ਇਸ ਤੋਂ ਪਿਛਲੀ ਕਲਾਸ ਦੇ ਅੰਦਰ ਦੇਖ ਕੇ ਆਏ ਹਾਂ। ਜਿਹੜੇ ਮੇਰੇ ਸਾਥੀਆਂ ਨੇ ਉਹ ਵੀਡੀਓ ਨਾ ਦੇਖੇ ਹੋਣ ਤਾਂ ਉਹ ਚੈਨਲ ਦੀ ਪਲੇਲਿਸਟ ਦੇ ਅੰਦਰ ਜਾ ਕੇ ਦੇਖ ਸਕਦੇ ਨੇ। ਭਾਸ਼ਾ ਦੇ ਕੌਸ਼ਲਾਂ ਨੂੰ ਇੱਕ ਸਹਾਈ ਤੌਰ 'ਤੇ ਅਗਰ ਦੇਖਦੇ ਹਾਂ ਤਾਂ ਉਹ ਪਾਠ ਪੁਸਤਕਾਂ ਨੇ। ਚਾਹੇ ਉਹ ਬੋਲਚਾਲ ਦੀ ਗੱਲ ਆ ਜਾਏ, ਚਾਹੇ ਉਹ ਸੁਣਨ ਦੀ ਗੱਲ ਆ ਜਾਏ, ਚਾਹੇ ਉਹ ਪੜ੍ਹਨ ਦੀ ਗੱਲ ਆ ਜਾਏ, ਜਾਂ ਫਿਰ ਉਹ ਲਿਖਣ ਦੀ ਗੱਲ ਆ ਜਾਏ, ਉਹਨਾਂ ਦੇ ਅੰਦਰ ਕਿਵੇਂ ਨਾ ਕਿਵੇਂ ਹੈਲਪ ਕਰਦੀਆਂ ਨੇ। ਤਾਂ ਉਹ ਸਾਡੀਆਂ ਕਿਤਾਬਾਂ ਨੇ, ਸਾਡੀਆਂ ਪਾਠ ਪੁਸਤਕਾਂ ਨੇ। ਬੱਚੇ ਦੇ ਲਈ, ਬੱਚੇ ਦੇ ਨਾਲ ਹਰ ਵੇਲੇ ਪਾਠ ਪੁਸਤਕਾਂ ਰਹਿੰਦੀਆਂ ਨੇ। ਇਸ ਲਈ ਪਾਠ ਪੁਸਤਕਾਂ ਮਹੱਤਵ ਉਸਦੇ ਭਾਸ਼ਾ ਦੇ ਕੌਸ਼ਲਾਂ ਦੇ ਅੰਦਰ ਵੀ ਇੱਕ ਮਦਦਗਾਰ ਸਿੱਧ ਹੁੰਦਾ ਹੈ। ਫਿਰ ਉਸ ਤੋਂ ਬਾਅਦ ਦੂਸਰਾ ਪੁਆਇੰਟ ਆ ਜਾਂਦਾ ਆਪਣੇ ਕੋਲ, ਸਿੱਖਿਆ ਦੇਣ ਦੇ ਉਦੇਸ਼ਾਂ ਵਿੱਚ ਪਾਠ ਪੁਸਤਕਾਂ ਸਹਾਈ ਹਨ। ਜਦੋਂ ਆਪਾਂ ਬੱਚੇ ਨੂੰ ਕੋਈ ਗਿਆਨ ਦਿੰਦੇ ਹਾਂ, ਸਿਖਾਉਂਦੇ ਹਾਂ, ਤਾਂ ਉਹਨਾਂ ਉਦੇਸ਼ਾਂ ਦੀ ਪੂਰਤੀ ਦੇ ਅੰਦਰ ਵੀ ਪਾਠ ਪੁਸਤਕਾਂ ਮਦਦਗਾਰ ਸਿੱਧ ਹੁੰਦੀਆਂ ਨੇ। ਆਪਣੇ ਜਿਹੜੇ ਮੰਤਵ ਹੁੰਦੇ ਨੇ, ਉਦੇਸ਼ ਹੁੰਦੇ ਨੇ, ਜਿਸ ਦੀ ਪੂਰਤੀ ਆਪਾਂ ਕਰਨੀ ਹੈ ਬੱਚੇ ਦੇ ਲਈ, ਤਾਂ ਉਹਦੇ ਅੰਦਰ ਹੈਲਪ ਕਰਨ ਦਾ ਕੰਮ ਵੀ ਪਾਠ ਪੁਸਤਕਾਂ ਕਰਦੀਆਂ ਨੇ। ਫਿਰ ਇਸ ਤੋਂ ਬਾਅਦ ਤੀਸਰਾ ਆ ਜਾਂਦਾ ਹੈ ਪਾਠਕ੍ਰਮ ਵਿੱਚ ਮਦਦਗਾਰ ਸਿੱਧ ਹੁੰਦੀਆਂ ਨੇ। ਜਿਹੜਾ ਆਪਣਾ ਸਿਲੇਬਸ ਹੁੰਦਾ ਹੈ, ਪਾਠਕ੍ਰਮ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉਹਦੇ ਅੰਦਰ ਵੀ ਪਾਠ ਪੁਸਤਕਾਂ ਹੈਲਪ ਕਰਦੀਆਂ ਨੇ। ਜਿਹੜੇ ਟੌਪਿਕ ਹੁੰਦੇ ਨੇ ਉਹ ਆਪਾਂ ਨੂੰ ਪਾਠ ਪੁਸਤਕ ਦੇ ਅੰਦਰ ਮਿਲ ਜਾਂਦੇ ਨੇ। ਇਸ ਤਰੀਕੇ ਨਾਲ ਬੱਚੇ ਨੂੰ ਆਪਾਂ ਪਹਿਲੇ ਨਿਸ਼ਚਿਤ ਆਧਾਰਿਤ ਆਪਣਾ ਜਿਹੜਾ ਡਾਇਗ੍ਰਾਮ ਹੁੰਦਾ ਉਸ ਦੇ ਅਕੋਰਡਿੰਗ ਅੱਗੇ ਵਧਾਉਂਦੇ ਜਾਂਦੇ ਹਾਂ। ਫਿਰ ਉਸ ਤੋਂ ਬਾਅਦ 'ਚ ਆ ਜਾਂਦਾ ਹੈ ਚੌਥਾ ਪੁਆਇੰਟ, ਸਾਡੀ ਸਿੱਖਿਆ ਪ੍ਰਣਾਲੀ ਪਾਠ ਪੁਸਤਕਾਂ ਉੱਪਰ ਹੀ ਆਧਾਰਿਤ ਹੈ। ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਆ ਜਾਂਦੀ ਹੈ ਸਾਥੀਓ ਕਿ ਆਪਣੀ ਜਿਹੜੀ ਰਵਾਇਤੀ ਸਿੱਖਿਆ ਪ੍ਰਣਾਲੀ ਹੈ ਉਹ ਕਿਤਾਬਾਂ 'ਤੇ ਆਧਾਰਿਤ ਹੀ ਹੈ, ਪਾਠ ਪੁਸਤਕਾਂ ਦੇ ਉੱਪਰ ਡਿਪੈਂਡਡ ਹੀ ਹੈ। ਇਹ ਨਹੀਂ ਅਸੀਂ ਕਹਿ ਸਕਦੇ ਕਿ ਕੋਈ ਵੀ ਸਕੂਲ ਐਸਾ ਹੋਵੇ ਜਿਸ ਦੇ ਅੰਦਰ ਬਾਹਰੋਂ ਗਿਆਨ ਵੀ ਦਿੱਤਾ ਜਾਂਦਾ ਹੋਵੇ। ਬਾਹਰੋਂ ਗਿਆਨ ਵੀ ਸਾਥੀਓ ਦਿੱਤਾ ਜਾ ਸਕਦਾ। ਜਿਵੇਂ ਜਿਵੇਂ ਤੁਸੀਂ ਪੜ੍ਹਦੇ ਜਾਓਗੇ ਇਹ ਗੱਲਾਂ ਸਮਝ ਆਉਂਦੀਆਂ ਜਾਣੀਆਂ। ਕਿਤਾਬਾਂ ਨੂੰ ਅਸੀਂ ਆਧਾਰ ਬਣਾਉਂਦੇ ਹਾਂ, ਸਭ ਤੋਂ ਜ਼ਿਆਦਾ ਮਹੱਤਵ ਦਿੰਦੇ ਹਾਂ। ਇਸ ਲਈ ਹਰ ਸਕੂਲ ਦੇ ਅੰਦਰ ਹਰ ਬੱਚੇ ਕੋਲ ਕਿਤਾਬਾਂ ਜ਼ਰੂਰ ਮਿਲਦੀਆਂ ਨੇ। ਪਰ ਕੁਦਰਤ ਦੇ ਅੰਦਰੋਂ ਵੀ ਸਿੱਖਿਆ ਜਾ ਸਕਦਾ ਹੈ, ਕੁਝ ਸਹਾਇਕ ਸਾਧਨਾਂ ਦੀ ਮਦਦ ਦੇ ਨਾਲ ਵੀ ਸਿੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਢੰਗ ਨੇ ਜਿਨ੍ਹਾਂ ਦੇ ਰਾਹੀਂ ਬੱਚੇ ਨੂੰ ਸਿਖਾਇਆ ਜਾ ਸਕਦਾ ਹੈ। ਪਰ ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਹੈ ਉਹ ਕਿਤਾਬਾਂ ਦੇ ਉੱਪਰ ਆਧਾਰਿਤ ਸਿੱਖਿਆ ਪ੍ਰਣਾਲੀ ਹੈ। ਇਸ ਲਈ ਕਿਤਾਬਾਂ ਬੱਚੇ ਕੋਲ ਜ਼ਰੂਰ ਹੁੰਦੀਆਂ ਨੇ ਅਤੇ ਅਧਿਆਪਕ ਵੀ ਕਿਤਾਬਾਂ ਦੇ ਅਨੁਸਾਰ ਹੀ ਬੱਚੇ ਨੂੰ ਸਿਖਾਉਂਦਾ ਹੈ। ਫਿਰ ਉਸ ਤੋਂ ਬਾਅਦ 'ਚ ਆਪਣੇ ਕੋਲ ਆ ਜਾਂਦਾ ਇਹ ਭਾਸ਼ਾਈ ਕੌਸ਼ਲਾਂ ਦੀ ਜਾਣਕਾਰੀ ਦਿੰਦਾ। ਇਹ ਗੱਲ ਆਪਾਂ ਉੱਪਰ ਵੀ ਕਰ ਲਈ ਸੀ ਕਿ ਭਾਸ਼ਾ ਦੇ ਕੌਸ਼ਲਾਂ ਦੀ ਜਾਣਕਾਰੀ ਦੇਣ ਅੰਦਰ ਵੀ ਪਾਠ ਪੁਸਤਕਾਂ ਦਾ ਮਹੱਤਵ ਵੱਧ ਜਾਂਦਾ ਹੈ। ਫਿਰ ਅਗਲਾ ਪੁਆਇੰਟ ਹੈ ਪਾਠ ਪੁਸਤਕਾਂ ਮਨੋਰੰਜਨ ਕਰਨ ਲਈ ਚੰਗਾ ਸਾਧਨ ਨੇ। ਇਹ ਤਾਂ ਆਪ ਨੂੰ ਪਤਾ ਹੀ ਹੈ, ਜਦੋਂ ਕਹਾਣੀ, ਨਾਵਲ, ਕਵਿਤਾ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਤਾਂ ਉਹਨਾਂ ਦਾ ਮਨੋਰੰਜਨ ਵੀ ਹੁੰਦਾ। ਜਿੱਥੇ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ, ਗਿਆਨ ਮਿਲਦਾ ਹੈ, ਉਹ ਕੁਝ ਸਿੱਖਦੇ ਨੇ, ਉੱਥੇ ਹੀ ਬੱਚਿਆਂ ਦਾ ਮਨੋਰੰਜਨ ਵੀ ਹੁੰਦਾ ਹੈ। ਅਤੇ ਇੱਕ ਗੱਲ ਨੋਟ ਕਰਨ ਵਾਲੀ ਹੈ ਸਾਥੀਓ ਕਿ ਮਨੋਰੰਜਨ ਜ਼ਰੂਰੀ ਹੈ ਅਤੇ ਇਹਦੇ ਲਈ ਹੀ ਪਾਠ ਪੁਸਤਕਾਂ ਦੇ ਅੰਦਰ ਕਵਿਤਾ, ਕਹਾਣੀਆਂ ਇਹ ਚੀਜ਼ਾਂ ਜੋੜੀਆਂ ਜਾਂਦੀਆਂ ਨੇ ਕਿ ਉਹਨਾਂ ਦੇ ਰਾਹੀਂ ਬੱਚਾ ਮਨੋਰੰਜਨ ਵੀ ਕਰਦਾ ਹੈ ਅਤੇ ਕੁਝ ਗਿਆਨ ਵੀ ਹਾਸਲ ਕਰ ਲੈਂਦਾ ਹੈ। ਫਿਰ ਇਸ ਤੋਂ ਬਾਅਦ 'ਚ ਆ ਜਾਂਦਾ ਹੈ ਸਵੈ ਅਧਿਐਨ ਲਈ ਪਾਠ ਪੁਸਤਕਾਂ ਮਦਦਗਾਰ ਨੇ। ਬੱਚਿਆਂ ਦੇ ਆਪਣੇ ਆਪ ਪੜ੍ਹਨ ਦੇ ਅੰਦਰ ਵੀ ਪਾਠ ਪੁਸਤਕਾਂ ਬੜੀਆਂ ਮਦਦ ਕਰਦੀਆਂ ਨੇ। ਇਸ ਲਈ ਵੀ ਪਾਠ ਪੁਸਤਕਾਂ ਦਾ ਮਹੱਤਵ ਹੈ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਹੈ ਕਿ ਬੱਚੇ ਆਪਣੇ ਆਪ ਕਿਸੇ ਵੇਲੇ ਵੀ ਆਪਣੀ ਪੁਸਤਕ ਤੋਂ ਪੜ੍ਹ ਸਕਦੇ ਨੇ, ਉਹਨਾਂ ਦੇ ਲਈ ਹੈਲਪਫੁਲ ਹੁੰਦੀਆਂ ਨੇ। ਫਿਰ ਅਗਲਾ ਪੁਆਇੰਟ ਆ ਜਾਂਦਾ ਅਧਿਆਪਕ
ਲਈ ਉਪਯੋਗੀ ਹਨ। ਅਧਿਆਪਕ ਲਈ ਵੀ ਉਪਯੋਗੀ ਨੇ, ਕਿਉਂਕਿ ਅਧਿਆਪਕ ਨੂੰ ਪਹਿਲੇ ਹੀ ਨਿਸ਼ਚਿਤ ਹੁੰਦਾ ਹੈ ਕਿ ਇਸ ਪਾਠਕ੍ਰਮ ਅਨੁਸਾਰ ਇਸ ਪੁਸਤਕ ਦੇ ਅੰਦਰ ਮਦਦ ਲੈ ਕੇ ਤੂੰ ਅੱਗੇ ਵੱਧਦਾ ਜਾਣਾ ਹੈ। ਤਾਂ ਇਸ ਲਈ ਟੀਚਰ ਦੇ ਲਈ ਵੀ ਉਹ ਇੱਕ ਹੈਲਪ ਕਰਨ ਵਾਲੀਆਂ ਨੇ। ਪਾਠ ਪੁਸਤਕਾਂ ਦੀ ਗੱਲ ਹੋ ਰਹੀ ਹੈ ਤਾਂ ਟੀਚਰ ਦੇ ਲਈ ਵੀ ਅਸੀਂ ਇਹ ਕਹਾਂਗੇ ਕਿ ਪਾਠ ਪੁਸਤਕਾਂ ਹੈਲਪ ਕਰਦੀਆਂ ਨੇ। ਇਸ ਲਈ ਪਾਠ ਪੁਸਤਕਾਂ ਦਾ ਮਹੱਤਵ ਸਭ ਤੋਂ ਜ਼ਿਆਦਾ ਹੈ। ਫਿਰ ਪਾਠ ਪੁਸਤਕਾਂ ਦੇ ਮਹੱਤਵ ਦੇ ਅੰਦਰ ਆਪਣੇ ਕੋਲ ਲਾਸਟ ਪੁਆਇੰਟ ਆ ਜਾਂਦਾ ਹੈ। ਪਾਠ ਪੁਸਤਕਾਂ ਬੱਚਿਆਂ ਲਈ ਮਾਰਗਦਰਸ਼ਕ ਦਾ ਕੰਮ ਕਰਦੀਆਂ ਨੇ। ਜਿਹੜੀਆਂ ਪਾਠ ਪੁਸਤਕਾਂ ਹੁੰਦੀਆਂ ਨੇ ਉਹ ਬੱਚਿਆਂ ਦੇ ਲਈ ਕਿਸ ਦਾ ਕੰਮ ਕਰਦੀਆਂ ਨੇ? ਇੱਕ ਮਾਰਗਦਰਸ਼ਕ ਦਾ ਕੰਮ ਕਰਦੀਆਂ ਨੇ, ਯਾਨੀ ਇੱਕ ਉਸ ਨੂੰ ਰਾਹ ਦਿਖਾਉਣ ਦਾ ਕੰਮ ਕਰਦੀਆਂ ਨੇ। ਯਾਨੀ ਬੱਚੇ ਦੇ ਨਾਲ ਹਰ ਵੇਲੇ ਹੁੰਦੀਆਂ ਨੇ ਤਾਂ ਉਹ ਕਿਤਾਬਾਂ ਤੋਂ ਮਦਦ ਲੈ ਕੇ ਬਹੁਤ ਗਿਆਨ ਹਾਸਲ ਕਰਦਾ ਰਹਿੰਦਾ ਹੈ। ਤਾਂ ਇਹ ਸਨ ਸਾਥੀਓ ਕੁਝ ਕੁ ਪਾਠ ਪੁਸਤਕਾਂ ਦੇ ਮਹੱਤਵ ਦੀ ਗੱਲ। ਤੇ ਇਹਨਾਂ ਪੁਆਇੰਟਾਂ ਦੇ ਅੰਦਰੋਂ ਹੀ ਆਪ ਨੂੰ ਪ੍ਰਸ਼ਨ ਪੁੱਛਣੇ ਨੇ। ਹੋ ਸਕਦਾ ਉਹ ਇੱਦਾਂ ਪੁੱਛੇ ਕਿ ਹੇਠ ਲਿਖਿਆ ਵਿੱਚ ਪਾਠ ਪੁਸਤਕ ਦੇ ਮਹੱਤਵ ਨਹੀਂ ਹੈ ਤਾਂ 3 ਮਹੱਤਵ ਦੇ ਦੇਗਾ, 1 ਨਹੀਂ ਦੇਗਾ। ਇਸ ਪ੍ਰਕਾਰ ਦੇ ਪ੍ਰਸ਼ਨ ਪੁੱਛਣੇ ਨੇ। ਤਾਂ ਮੇਰੀ ਕੋਸ਼ਿਸ਼ ਹੈ ਕਿ ਆਪ ਨੂੰ ਇੱਕ ਇੱਕ ਪੁਆਇੰਟ ਤੋਂ ਜਾਣੂ ਕਰਵਾਇਆ ਜਾਏ, ਸਮਝਾਇਆ ਜਾਏ ਕਿ ਇਹ ਪੁਆਇੰਟ ਕੀ ਕਹਿ ਰਹੇ ਨੇ ਤੇ ਕਿਸ ਤਰੀਕੇ ਦੇ ਪ੍ਰਸ਼ਨ ਇਹਨਾਂ ਦੇ ਅੰਦਰੋਂ ਆਉਣ ਵਾਲੇ ਨੇ। ਅੱਜ ਦੀ ਇਸ ਕਲਾਸ ਦੇ ਅੰਦਰ ਆਪਾਂ ਦੇਖਣ ਸੁਣਨ ਦੇ ਸਾਧਨ ਦੇ ਬਾਰੇ ਹੋਰ ਗੱਲ ਕਰ ਲੈਂਦੇ ਹਾਂ। ਦੇਖਣ ਸੁਣਨ ਸਾਧਨ ਐਸੇ ਸਾਧਨ ਹਨ ਜਿਨ੍ਹਾਂ ਦੀ ਮਦਦ ਨਾਲ ਵਿਦਿਆਰਥੀ ਦੀਆਂ ਅੱਖਾਂ ਅਤੇ ਕੰਨ ਨੂੰ ਕਿਰਿਆਸ਼ੀਲਤਾ ਦਾ ਅਹਿਸਾਸ ਹੁੰਦਾ ਹੈ। ਕਿਰਿਆਸ਼ੀਲਤਾ ਦਾ ਮਤਲਬ ਹੋਇਆ ਕਿ ਬੱਚੇ ਆਪਣੇ ਕੰਮ ਦੇ ਅੰਦਰ ਰੁੱਝੇ ਹੋਏ ਨੇ, ਉਹ ਐਕਟਿਵ ਨੇ। ਹੁਣ ਐਕਟਿਵ ਬੱਚੇ ਦੇ ਇੱਕ ਤਾਂ ਕੰਨ ਹੋ ਗਏ ਤੇ ਦੂਸਰੀਆਂ ਅੱਖਾਂ ਹੋ ਗਈਆਂ। ਅੱਖਾਂ ਨਾਲ ਉਹ ਦੇਖਦਾ ਹੈ ਤੇ ਕੰਨਾਂ ਦੇ ਨਾਲ ਉਹ ਸੁਣਦਾ ਹੈ। ਤਾਂ ਇਹ ਹੋ ਗਿਆ ਦੇਖਣ ਸੁਣਨ ਸਾਧਨ ਹੋ ਗਿਆ। ਹੁਣ ਦੇਖਣ ਸੁਣਨ ਦੇ ਸਾਧਨ ਕਿਹੜੇ ਕਿਹੜੇ ਨੇ? ਉਹਦੇ ਲਈ ਕੁਝ ਹੋਰ ਆ ਜਾਂਦੇ ਨੇ ਜਿਨ੍ਹਾਂ ਦੀ ਹੈਲਪ ਲੈਂਦਾ ਹੈ ਬੱਚਾ। ਤਾਂ ਇਹ ਉਹ ਚੀਜ਼ਾਂ ਨੇ ਜਿਹੜੀਆਂ ਵਿਦਿਆਰਥੀ ਨੂੰ ਇੱਕ ਕਿਰਿਆਸ਼ੀਲਤਾ ਦਾ ਅਹਿਸਾਸ ਕਰਾਉਂਦੀਆਂ ਨੇ। ਇਸ ਨਾਲ ਵਿਦਿਆਰਥੀਆਂ ਦੇ ਦੇਖਣ ਸੁਣਨ ਅੰਗ ਚੁਸਤ ਹੁੰਦੇ ਹਨ ਅਤੇ ਉਹ ਸੌਖੇ ਤਰੀਕੇ ਨਾਲ ਸਿੱਖਿਆ ਗ੍ਰਹਿਣ ਕਰ ਸਕਦੇ ਨੇ। ਯਾਨੀ ਦੇਖਣ ਤੇ ਸੁਣਨ ਦੇ ਅੰਗ ਨੇ, ਜਿਵੇਂ ਕਿ ਅੱਖਾਂ ਤੇ ਕੰਨ ਨੇ, ਉਹ ਜਿੰਨੇ ਜ਼ਿਆਦਾ ਕਿਰਿਆਸ਼ੀਲ ਹੋਣਗੇ ਬੱਚਾ ਉਨਾ ਹੀ ਜ਼ਿਆਦਾ ਸਿੱਖਿਆ ਗ੍ਰਹਿਣ ਕਰ ਲਏਗਾ। ਹੁਣ ਆਪਣੇ ਕੋਲ ਇੱਕ ਵਿਦਵਾਨ ਨੇ ਜਿਹੜੇ E.C. ਡੈਂਟ, ਉਹਨਾਂ ਦੀ ਇੱਕ ਡੈਫੀਨੇਸ਼ਨ ਆ ਗਈ ਹੈ, ਇੱਕ ਬਿਆਨ ਆ ਗਿਆ ਹੈ, ਉਹ ਆਪਾਂ ਦੇਖ ਲੈਂਦੇ ਹਾਂ। E.C. ਡੈਂਟ ਦਾ ਇਹ ਬਿਆਨ ਹੈ, ਦੇਖਣ ਸੁਣਨ ਸਮੱਗਰੀ ਉਹ ਹੈ ਜੋ ਸ਼੍ਰੇਣੀ ਵਿੱਚ ਜਾਂ ਹੋਰ ਸਿੱਖਿਆ ਪ੍ਰਸਥਿਤੀਆਂ ਵਿੱਚ ਲਿਖਤ ਜਾਂ ਬੋਲੀ ਗਈ ਪਾਠ ਸਮੱਗਰੀ ਨੂੰ ਸਮਝਾਉਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਗੱਲ ਕਹਿਣੀ ਹੈ ਸਾਥੀਓ E.C. ਡੈਂਟ ਦੀ, ਉਹਨਾਂ ਦੇ ਅਨੁਸਾਰ ਹੈ। ਉਹ ਇਹ ਕਹਿੰਦੇ ਨੇ ਕਿ ਦੇਖਣ ਸੁਣਨ ਸਮੱਗਰੀ ਹੈ ਜਿਹੜੀ, ਉਹ ਜਮਾਤ ਦੀ ਗੱਲ ਕਰ ਰਿਹਾ, ਕਲਾਸ ਦੀ ਗੱਲ ਕਰ ਰਿਹਾ, ਜਾਂ ਫਿਰ ਉਹ ਕਹਿੰਦਾ ਕਿ ਕੋਈ ਹੋਰ ਸਿੱਖਿਆ ਦੀਆਂ ਪਰਿਸਥਿਤੀਆਂ ਨੇ, ਜਿਹੜੇ ਹਾਲਾਤ ਨੇ, ਉਹਨਾਂ ਦੇ ਅੰਦਰ ਚਾਹੇ ਉਹ ਬੋਲੀ ਗਈ ਹੈ ਚਾਹੇ ਉਹ ਲਿਖੀ ਗਈ ਹੈ, ਪਾਠ ਸਮੱਗਰੀ ਨੂੰ ਸਮਝਾਉਣ ਦੇ ਅੰਦਰ ਮਦਦ ਕਰਨ ਵਾਲੀ ਹੁੰਦੀ ਹੈ, ਹੈਲਪ ਕਰਦੀ ਹੈ, ਸਹਾਇਤਾ ਕਰਦੀ ਹੈ। ਉਹ ਹੁੰਦੇ ਨੇ ਦੇਖਣ ਸੁਣਨ ਦੇ ਸਾਧਨ ਆ ਜਾਂਦੇ ਨੇ। ਆਪਾਂ ਅਗਲੀ ਕਲਾਸ ਦੇ ਅੰਦਰ ਦੇਖਣ ਸੁਣਨ ਦੇ ਸਾਧਨ, ਅਧਿਆਪਨ ਸਮੱਗਰੀ ਹੈ, ਸਹਾਇਕ ਸਮੱਗਰੀ ਹੈ ਜਿਹੜੀ, ਉਸ ਦੇ ਅਗਲੇ ਪੁਆਇੰਟਾਂ ਦੀ ਗੱਲ ਕਰਾਂਗੇ, ਜਿਸ ਦੇ ਮਹੱਤਵ ਤੇ ਲੋੜ ਦੀ ਵੀ ਆਪਾਂ ਗੱਲ ਕਰਾਂਗੇ, ਜਿਸ ਤੋਂ ਰਿਲੇਟਡ ਵੀ ਪ੍ਰਸ਼ਨ ਅਕਸਰ ਪ੍ਰੀਖਿਆ ਦੇ ਅੰਦਰ ਪੁੱਛੇ ਜਾਂਦੇ ਨੇ। ਅੱਜ ਦੀ ਕਲਾਸ ਦੇ ਅੰਦਰ ਇੰਨਾ ਹੀ। ਅਗਲੀ ਕਲਾਸ ਦੇ ਅੰਦਰ ਆਪਾਂ ਇਸ ਦੇ ਅਗਲੇ ਪੁਆਇੰਟਾਂ ਦੀ ਚਰਚਾ ਕਰਾਂਗੇ। ਮੈਨੂੰ ਆਸ ਹੈ ਕਿ ਇਹ ਗੱਲਾਂ ਸਮਝ ਆਈਆਂ ਹੋਣਗੀਆਂ ਤੇ ਅਗਲੀ ਕਲਾਸ ਦੇ ਅੰਦਰ ਇਸ ਟੌਪਿਕ ਨੂੰ ਆਪਾਂ ਕੰਪਲੀਟ ਕਰ ਲਵਾਂਗੇ। ਧੰਨਵਾਦ ਸਾਥੀਓ।